ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਹਿਣ ਨੂੰ ਤਾਂ ਭਾਰਤ ਇੱਕ ਲੋਕਤੰਤਰ ਦੇਸ਼ ਹੈ, ਪਰ ਉਸ ਦੇਸ਼ ਵਿੱਚ ਮਨੁੱਖੀ ਜ਼ਿੰਦਗੀ ਦੀ ਕੀਮਤ ਇੱਕ ਜਾਨਵਰ ਦੇ ਬਰਾਬਰ ਵੀ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਨ ਨਿਊਯਾਰਕ ਵਾਸੀ ਅਮਰੀਕਨ ਸਿਟੀਜ਼ਨ ਪ੍ਰਭਜੋਤ ਸਿੰਘ ਜੀ ਦੀ ਹੈ, ਜਿਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ। ਬੇਸ਼ੱਕ ZTV, ਇੰਗਲਿਸ਼ ਟ੍ਰਿਬਿਊਨ ਅਤੇ ਹੋਰ ਇਲੈਕਟ੍ਰਿਕ ਤੇ ਪ੍ਰਿੰਟ ਮੀਡੀਆ ਨੇ ਇਸ ਦਰਦਨਾਕ ਮੌਤ ਦੀ ਕਹਾਣੀ ਨੂੰ ਬੜੇ ਵੇਰਵੇ ਦੇ ਨਾਲ ਛਾਪਿਆ ਹੈ, ਪਰ ਭਾਰਤ ਦੇ ਨਕਸ਼ੇ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਹੈ ਤੇ ਨਾ ਹੀ ਦੋਸ਼ੀਆਂ ਨੂੰ ਕਦੀ ਸਜ਼ਾ ਮਿਲੇਗੀ। 6 ਭੈਣਾਂ ਦਾ ਇੱਕੋ ਇੱਕ ਭਰਾ ਪ੍ਰਭਜੋਤ ਸਿੰਘ, ਜਿਹੜੇ ਕਿ ਅਮਰੀਕਾ ਤੋਂ ਨਵੰਬਰ 2013 ਵਿੱਚ ਭਾਰਤ ਗਏ, ਉਹਨਾਂ ਨੂੰ ਪੰਜਾਬ ਪੁਲਿਸ ਨੇ 1988 ਵਿੱਚ ਟਾਡਾ ਹੇਠ ਰਜਿਸਟਰ ਕੀਤੇ ਝੂਠੇ ਕੇਸ ਵਿੱਚ ਫੜ ਲਿਆ, ਜਦੋਂ ਕਿ ਉਹ ਆਲਰੇਡੀ ਇਸ ਕੇਸ ਵਿੱਚੋਂ ਬਰੀ ਹੋ ਚੁੱਕੇ ਸਨ। 27 ਨਵੰਬਰ 2013 ਤੋਂ ਉਹਨਾਂ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਉਹਨਾਂ ਦੇ ਕੇਸ ਦੀ ਸੁਣਵਾਈ ਲਗਭਗ ਮੁਕੰਮਲ ਹੋ ਚੁੱਕੀ ਸੀ। ਪ੍ਰਭਜੋਤ ਸਿੰਘ ਨੇ 16-17 ਅਗਸਤ ਨੂੰ ਆਪਣੀ ਛਾਤੀ ਤੇ ਬਾਂਹ ਦੇ ਵਿੱਚ ਦਰਦ ਮਹਿਸੂਸ ਕੀਤੀ ਅਤੇ ਜੇਲ੍ਹ ਸੁਪਰਡੈਂਟੈਂਟ ਨੂੰ ਇਸ ਡਾਕਟਰੀ ਸਹਾਇਤਾ ਦੇਣ ਦੀ ਅਪੀਲ ਕੀਤੀ, ਪਰ ਇਸ ਦਾ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਪ੍ਰਭਜੋਤ ਸਿੰਘ ਦੇ ਵਕੀਲ ਕਿਰਨਜੀਤ ਸਿੰਘ ਨੇ 19 ਅਗਸਤ ਨੂੰ ਸੈਸ਼ਨ ਜੱਜ ਕੋਲ ਇਸ ਸੰਬੰਧੀ ਅਪੀਲ ਦਾਇਰ ਕੀਤੀ ਅਤੇ ਸੈਸ਼ਨ ਜੱਜ ਨੇ ਉਸ ਦੇ ਇਲਾਜ ਦਾ ਆਰਡਰ ਜਾਰੀ ਕੀਤਾ, ਪਰ ਅਗਲੇ 3 ਦਿਨ ਜੇਲ੍ਹ ਸੁਪਰਡੈਂਟੈਂਟ ਨੇ ਇਸ ਦੀ ਕੋਈ ਪਰਵਾਹ ਨਾ ਕਰਦੇ ਹੋਏ ਕਿ ਅਖੀਰ ਇਹਨਾਂ ਨੂੰ ਗੁਰਦਾਸਪੁਰ ਜੇਲ੍ਹ 'ਚ ਲਿਜਾਇਆ ਗਿਆ ਤੇ ਉਹਨਾਂ ਦਾ ਵਰਤਾਰਾ ਵੀ ਜ਼ਾਲਮਾਨਾ ਸੀ। ਹਸਪੀਟਲਸ ਵਾਲੇ ਪ੍ਰਭਜੋਤ ਸਿੰਘ ਨੂੰ ਅੱਗੇ ਤੋਂ ਅੱਗੇ ਰਿਫਰ ਕਰਦੇ ਗਏ ਤੇ ਅਖੀਰ ਇਹਨਾਂ ਨੂੰ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਕੇ ਇਹਨਾਂ ਨੇ ਜਹਾਨ ਤੋਂ ਕੂਚ ਕਰ ਲਈ। ਪ੍ਰਭਜੋਤ ਸਿੰਘ ਦੀ ਮੌਤ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਗੁਰਦਾਸਪੁਰ ਵਿਚਲੇ 1500 ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੈ ਅਤੇ ਇਹ ਕੇਸ ਲੋਕਾਂ ਵਿੱਚ ਪੁਲਿਸ ਔਰ ਮੈਡੀਕਲ ਸਟਾਫ ਦੀ ਜ਼ਾਲਮ ਪਹੁੰਚ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਊਅਰਸ, ਜੇ ਅਮਰੀਕਨ ਸਿਟੀਜ਼ਨ ਨਾਲ ਇਹ ਵਰਤਾਰਾ ਹੋ ਸਕਦਾ ਹੈ ਤੇ ਉੱਥੋਂ ਦੇ ਜੇਲ੍ਹਾਂ ਵਿੱਚ ਬੰਦ ਬਾਕੀ ਨੌਜਵਾਨ ਕਿਸ ਹਾਲਤ ਦਾ ਸ਼ਿਕਾਰ ਹੁੰਦੇ ਹੋਣਗੇ, ਇਹ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ। ਅਸੀਂ ਇਸ ਨੂੰ ਪ੍ਰਭਜੋਤ ਸਿੰਘ ਜੀ ਦੀ ਹੱਤਿਆ ਕਰਾਰ ਦਿੰਦੇ ਹਾਂ ਅਤੇ ਇਸ ਕੇਸ ਦੇ ਅੱਡ-ਅੱਡ ਪਹਿਲੂਆਂ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਇਸ ਕੇਸ ਤੇ ਫੋਕਸ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਲਾਜ ਖੁਣੋਂ ਮਰਨ ਵਾਲੇ ਕਿਸੇ ਹੋਰ ਪ੍ਰਭਜੋਤ ਸਿੰਘ ਨੂੰ ਬਚਾਇਆ ਜਾ ਸਕੇ। ਇਸ ਸੰਬੰਧੀ ਅੱਜ ਅਸੀਂ ਬਟਾਲੇ ਤੋਂ ਪ੍ਰਭਜੋਤ ਸਿੰਘ ਜੀ ਦੇ ਮਿੱਤਰ ਅਤੇ ਪਰਿਵਾਰਕ ਦੋਸਤ ਸਰਦਾਰ ਸੁਖਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਸੁਖਜਿੰਦਰ ਸਿੰਘ ਉੱਥੇ ਰਾਇਲ ਇੰਸਟੀਚਿਊਟ ਆਫ ਨਰਸਿੰਗ ਕਾਲਜ ਚਲਾਉਂਦੇ ਹਨ ਅਤੇ ਹੋਰ ਵਿਦਿਅਕ ਅਤੇ ਸਮਾਜਿਕ ਖੇਤਰਾਂ ਵਿੱਚ ਵੀ ਕਾਫੀ ਸਰਗਰਮ ਹਨ ਅਤੇ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸੁਖਜਿੰਦਰ ਸਿੰਘ ਫਰਮ ਬਟਾਲਾ, ਜਿਹਦੇ ਨਾਲ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਫਸਟ ਆਫ ਆਲ ਵੈਲਕਮ ਟੂ ਨਿਊਜ਼ TV 84। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਪ੍ਰਭਜੋਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਬਾਰੇ ਸਾਨੂੰ ਜਾਣਕਾਰੀ ਦਿਓ ਅਤੇ ਉਹਨਾਂ ਨਾਲ ਤੁਹਾਡਾ ਕੀ ਸੰਬੰਧ ਸੀ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਹਾਂਜੀ, ਪ੍ਰਭਜੋਤ ਸਿੰਘ ਬਾਜਵਾ ਜਿਹੜੇ ਅਮਰੀਕਾ ਦੇ ਸਿਟੀਜ਼ਨ ਸੀਗੇ, ਉਹ ਮੇਰੀ ਵਾਈਫ ਦੇ ਬ੍ਰਦਰ ਸੀਗੇ। ਕੋਈ ਦੋਸਤੀ ਨਹੀਂ ਸੀ ਮੇਰੀ, ਤਾਂ ਬਹੁਤ ਨੇੜੇ ਦੀ ਰਿਸ਼ਤੇਦਾਰੀ ਸੀ। ਜੀ ਜੀ, ਤੁਸੀਂ ਸਾਨੂੰ ਉਹਨਾਂ ਦੇ ਪਰਿਵਾਰਿਕ ਬੈਕਗ੍ਰਾਉਂਡ ਬਾਰੇ ਵੀ ਦੱਸੋਗੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਸੀਗੇ? ਉਹ ਜੀ 6 ਭੈਣਾਂ ਦਾ ਕੱਲਾ ਭਰਾ ਸੀ। ਹਾਂਜੀ। 1988 ਵਿੱਚ ਇਹਦੇ ਤੇ ਇੱਕ ਝੂਠਾ ਕੇਸ ਪਾਇਆ ਗਿਆ ਜੀ, ਔਰ ਉਸ ਤੋਂ ਬਾਅਦ ਹੀ ਅਮਰੀਕਾ ਆਏ ਨੇ ਔਰ ਉਹ ਪ੍ਰੂਵ ਹੋ ਚੁੱਕਾ ਸੀ ਕਿ ਕੇਸ ਝੂਠਾ ਵਾ। ਉਸ ਤੋਂ ਬਾਅਦ ਕਈ ਵਾਰ ਇਹ ਇੰਡੀਆ ਗਿਆ, ਕੋਈ ਐਸੀ ਗੱਲ ਨਹੀਂ ਸੀ ਹੋਈ। ਔਰ ਹੁਣ ਪਤਾ ਨਹੀਂ ਇਹ ਕੀ ਗੱਲ ਹੋਈ, ਜਦੋਂ 27 ਨਵੰਬਰ 2013 ਨੂੰ ਇਹ ਇੰਡੀਆ ਪਹੁੰਚਿਆ ਔਰ ਇਹਨੂੰ ਏਅਰਪੋਰਟ ਤੋਂ ਹੀ ਅਰੈਸਟ ਕਰ ਲਿਆ ਗਿਆ ਔਰ ਇਹਨੂੰ ਗੁਰਦਾਸਪੁਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ, ਜਿੱਥੇ ਇਹਦਾ ਕੇਸ ਚੱਲਦਾ ਰਿਹਾ। ਔਰ ਕਾਫੀ ਤਰੀਕਾਂ ਪਈਆਂ, ਉਹਨਾਂ ਤਰੀਕਾਂ ਦੇ ਵਿੱਚੋਂ ਕੋਈ ਉਹਨਾਂ ਕੋਲ ਵਿਟਨੈਸ ਨਹੀਂ ਸੀ ਕਿਸੇ ਕਿਸਮ ਦੀ, ਤੇ ਜੱਜ ਨੇ ਜਿਹੜੀ ਲਾਸਟ ਡੇਟ ਜੁਲਾਈ ਦੇ ਵਿੱਚ ਪਈ, ਉਦੋਂ ਪੁਲਿਸ ਨੂੰ ਕਾਫੀ ਉਹਨੇ ਝਾੜ ਝੰਪ ਕੀਤੀ ਕਿ ਤੁਸੀਂ ਇੱਕ ਨਜਾਇਜ਼ ਬੰਦਾ ਇੰਨੇ ਚਿਰਾਂ ਤੋਂ ਜੇਲ੍ਹ ਵਿੱਚ ਰੱਖਿਆ ਆ। ਮੈਂ ਨੈਕਸਟ ਡੇਟ ਜਿਹੜੀ ਆ ਉਹਦੇ ਤੇ ਇਹਦਾ ਡਿਸੀਜਨ ਦਊਂਗਾ, ਜੇਕਰ ਤੁਹਾਡੇ ਕੋਲ ਵਿਟਨੈਸ ਕੋਈ ਨਹੀਂ ਸੀ ਹੈਗਾ ਤੇ ਤੁਸੀਂ ਇੰਨਾ ਚਿਰ ਬੰਦੇ ਨੂੰ ਜੇਲ੍ਹ 'ਚ ਰੱਖਣ ਦੀ ਕੋਈ ਸੈਂਸ ਨਹੀਂ ਸੀ ਬਣਦੀ। 25 ਅਗਸਤ ਡੇਟ ਪਾਈ ਔਰ 25 ਅਗਸਤ ਨੂੰ ਉਹਨੂੰ ਬਰੀ ਕੀਤਾ ਗਿਆ, ਪਰ ਉਹ ਇਹੋ ਜਿਹਾ ਮੰਦਭਾਗਾ ਵਿਅਕਤੀ ਇਹਨਾਂ ਦੀ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ, ਡਾਕਟਰਾਂ ਦੀ ਲਾਪਰਵਾਹੀ ਦੇ ਨਾਲ
वो 24 अगस्त ਨੂੰ ਹੀ ਦੁਨੀਆ ਤੋਂ ਹੀ ਰਿਹਾ ਹੋ ਗਿਆ। ਹਾਂਜੀ ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਇਹਨਾਂ ਦੀ ਲਾਪਰਵਾਹੀ ਨਾਲ ਦੁਨੀਆ ਤੋਂ ਰਿਹਾ ਹੋ ਗਿਆ, ਇਹ ਵੀ ਸੁਣਨ ਵਿੱਚ ਆਇਆ ਸੀ ਕਿ ਉਹਨਾਂ ਨੂੰ ਬਾਰ-ਬਾਰ ਕਿਸੇ ਇੱਕ ਜੇਲ੍ਹ ਤੋਂ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀਗਾ ਬਾਰ-ਬਾਰ। ਤੁਸੀਂ ਜਿਹੜੀ ਅਧਿਕਾਰੀਆਂ ਸੀਗੇ, ਜਿਹੜੇ ਹਸਪਤਾਲ ਅਧਿਕਾਰੀ ਸੀ, ਉਹਨਾਂ ਦੀ ਲਾਪਰਵਾਹੀ ਕਰਕੇ ਵੀ ਇਹਨਾਂ ਦੀ ਮੌਤ ਹੋਈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਮੈਂ ਤਾਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਥੋੜਾ ਬੈਕਗਰਾਉਂਡ ਦੱਸ ਦੇਣਾ ਜੀ। ਇਹਨੂੰ 17 ਅਗਸਤ ਨੂੰ ਜੇਲ੍ਹ ਦੇ ਵਿੱਚ ਹਾਰਟ ਅਟੈਕ ਹੋਇਆ। ਹਾਰਟ ਅਟੈਕ ਸੀ ਜੀ। ਔਰ ਜੇਲ੍ਹ ਦੇ ਵਿੱਚ ਜਿਹੜਾ ਡਾਕਟਰ ਸੀ ਉਹਨੇ ਇਹਦਾ ਜੋ ਮੁੱਢਲੀ ਇਹਨੂੰ ਸਹਾਇਤਾ ਦਿੱਤੀ ਜਾ ਸਕਦੀ ਸੀ, ਮੈਡੀਕਲ ਹੈਲਪ, ਉਹ ਦਿੱਤੀ ਆ। ਹਾਂਜੀ ਵਗੈਰਾ ਲਾਏ, ਉਹਦੇ ਨਾਲ ਇਹਦੀ ਪੇਨ ਇਹਦਾ ਰੁਕ ਗਿਆ, ਇਹਦਾ ਹਾਰਟ ਅਟੈਕ ਜਿਹੜਾ ਸੀ ਰੁਕ ਗਿਆ, ਬਚ ਗਿਆ। ਔਰ ਉਸ ਤੋਂ ਬਾਅਦ ਇਹਨੇ ਟਰਾਈ ਕੀਤੀ ਕਿ ਮੈਨੂੰ ਹਸਪੀਟਲ ਸ਼ਿਫਟ ਕੀਤਾ ਜਾਏ, ਕਿਸੇ ਨੇ ਹਸਪੀਟਲ ਸ਼ਿਫਟ ਨਹੀਂ ਕੀਤਾ। ਜਦੋਂ 17 ਨੂੰ ਹੋਇਆ, 18 ਨੂੰ ਪਰਿਵਾਰ ਨੂੰ ਪਤਾ ਲੱਗਾ ਕਿ ਇਹਨੂੰ ਆਹ ਪ੍ਰੋਬਲਮ ਹੋਈ ਆ। 18 ਨੂੰ ਜੇਲ੍ਹ ਸੁਪਰਡੈਂਟ ਨੂੰ ਅਪਰੋਚ ਕੀਤਾ ਗਿਆ, ਕੋਈ ਕਿਸੇ ਨੇ ਗੱਲ ਨਹੀਂ ਸੁਣੀ। ਹਾਰ ਕੇ 19 ਤਰੀਕ ਨੂੰ ਅਟਾਰਨੀ ਦੇ ਰਾਹੀਂ, ਵਕੀਲ ਦੇ ਰਾਹੀਂ ਜੱਜ ਨੂੰ ਰਿਕੁਐਸਟ ਕੀਤੀ। ਜੱਜ ਨੇ ਆਰਡਰ ਕੀਤਾ 19 ਤਰੀਕ ਨੂੰ ਕਿ ਇਹਨੂੰ ਫੌਰਨ ਹਸਪੀਟਲ ਐਡਮਿਟ ਕਰਾਇਆ ਜਾਏ। ਉਹਦੇ ਆਰਡਰ ਸੀਗੇ, ਉਹਦੇ ਮੈਜਿਸਟ੍ਰੇਟ ਦੇ ਆਰਡਰ ਸੀਗੇ, ਜੇਲ੍ਹ ਸੁਪਰਡੈਂਟ ਨੂੰ ਦਿੱਤੇ ਗਏ। ਉਹ ਮੰਨਿਆ ਵਾ। ਜੇ ਤੁਸੀਂ ਪੂਰੀ ਡਿਟੇਲ ਦੇ ਨਾਲ ਟ੍ਰਿਬਿਊਨ ਨੇ ਫਰੰਟ ਪੇਜ ਉੱਤੇ ਨਿਊਜ਼ ਲਾਈ ਆ, ਜੇ ਤੁਸੀਂ ਨਿਊਜ਼ ਪੜ੍ਹੀ ਹੋਵੇ, ਉਹਦੇ ਵਿੱਚ ਜੇਲ੍ਹ ਸੁਪਰਡੈਂਟ ਨੇ ਐਡਮਿਟ ਕੀਤਾ ਕਿ ਯੈਸ ਮੈਨੂੰ 19 ਨੂੰ ਹੀ ਆਰਡਰ ਮਿਲ ਗਏ ਸੀ। ਇਹਨਾਂ ਨੇ ਫਿਰ ਉਹਨਾਂ ਆਰਡਰਾਂ ਦੀ ਪਰਵਾਹ ਨਹੀਂ ਕੀਤੀ। 19 ਨੂੰ ਜੇਲ੍ਹ ਨਹੀਂ ਲੈ ਕੇ ਗਏ, 20 ਨੂੰ ਜੇਲ੍ਹ ਨਹੀਂ ਹਸਪਤਾਲ ਨਹੀਂ ਲੈ ਕੇ ਗਏ, 21 ਨੂੰ ਨਹੀਂ ਜਦੋਂ ਖੜਿਆ, ਫਿਰ ਪਰਿਵਾਰ ਨੇ ਭੱਜ ਨੱਸ ਕਰਕੇ ਦੁਬਾਰਾ ਜਦੋਂ 22 ਅਗਸਤ ਨੂੰ ਫਿਰ ਜੱਜ ਕੋਲ ਅਪਰੋਚ ਕੀਤਾ। ਉੱਥੋਂ ਜੱਜ ਅਜੇ ਬੈਠੇ ਨਹੀਂ ਸੀ, ਲੇਕਿਨ ਰੀਡਰ ਨੇ ਉਹ ਜੇਲ੍ਹ ਸੁਪਰਡੈਂਟ ਨੂੰ ਫੋਨ ਕੀਤਾ ਕਿ ਆਲਰੇਡੀ ਤੁਹਾਡੇ ਉੱਤੇ ਇੱਕ ਕੰਟੈਂਪਟ ਆਫ ਕੋਰਟ ਚੱਲ ਰਿਹਾ ਵਾ, ਇਹ ਹੁਣ ਸੈਕੰਡ ਚੱਲਣ ਦੀ ਤਿਆਰੀ ਹੋ ਗਈ ਆ, ਕਿਉਂਕਿ ਤੁਸੀਂ 19 ਤਰੀਕ ਦੇ ਆਰਡਰ ਹੋਇਆ, 22 ਤੱਕ ਤੁਸੀਂ ਪੇਸ਼ੈਂਟ ਜਿਹੜਾ ਉਹਨੂੰ ਹਸਪੀਟਲ ਸ਼ਿਫਟ ਨਹੀਂ ਕਰ ਰਹੇ। ਫਿਰ ਉਹਨਾਂ ਦੇ ਕੰਨ ਤੇ ਜੂੰ ਸਰਕੀ ਔਰ ਉਹਨਾਂ ਨੇ ਉਸ ਦਿਨ 12 ਵਜੇ ਉਹਨੂੰ ਜੇਲ੍ਹ ਤੋਂ ਹਸਪੀਟਲ ਲਿਆਂਦਾ। ਔਰ ਕਿੱਡੀ ਜ਼ਾਲਮਾਨਾ ਗੱਲ ਕਿ ਉਹ ਜਿਹੜਾ ਵਿਅਕਤੀ ਹਾਰਟ ਅਟੈਕ ਦਾ ਪੇਸ਼ੈਂਟ ਆ, ਹਾਰਟ ਅਟੈਕ ਹੋ ਚੁੱਕਾ ਵਾ ਉਹਨੂੰ, ਔਰ ਉਸ ਬੰਦੇ ਵਾਸਤੇ ਕੋਈ ਵੀਲ ਚੇਅਰ ਨਹੀਂ ਹੈਗੀ, ਉਸ ਬੰਦੇ ਵਾਸਤੇ ਕੋਈ ਐਂਬੂਲੈਂਸ ਨਹੀਂ ਹੈਗੀ। ਉਹਨੂੰ 2 ਮੀਲ ਦਾ ਪੈਂਡਾ ਹਸਪੀਟਲ ਤੋਂ ਲੈ ਕੇ, ਜੇਲ੍ਹ ਤੋਂ ਲੈ ਕੇ ਹਸਪੀਟਲ ਤੱਕ ਤੋੜ ਕੇ ਲਿਆਂਦਾ ਗਿਆ, ਹੱਥ ਕੜੀਆਂ ਲਾ ਕੇ, ਔਰ ਤੁਰਨ ਦੇ ਕਾਬਲ ਨਹੀਂ ਸੀ ਉਹ। ਔਰ ਉਹਨੂੰ ਫੇਰ ਵੀ ਮਜਬੂਰ ਕੀਤਾ ਤੋਰਨ ਵਾਸਤੇ, ਹਸਪੀਟਲ ਲਿਆਂਦਾ। ਹਸਪੀਟਲ ਦੇ ਵਿੱਚ ਉਹਦੀ ECG ਕੀਤੀ ਗਈ। ਡਾਕਟਰ ਨੇ ਉਹਨੂੰ ਕਿਹਾ ਕਿ ਇਹਨੂੰ ਫੌਰਨ ਹਸਪੀਟਲ ਉੱਥੋਂ ਸ਼ਿਫਟ ਕਰਨਾ, ਲੇਕਿਨ ਉਹਦੇ ਕਾਗਜ਼ ਪੱਤਰ ਤਿਆਰ ਕਰਦਿਆਂ ਡਾਕਟਰ 2 ਵਜੇ ਚਲਾ ਗਿਆ। ਦੂਜੇ ਡਾਕਟਰ ਦੀ ਵੇਟ ਕੀਤੀ ਗਈ, 6 ਵਜੇ ਤੱਕ ਇਹਨੂੰ ਉੱਥੋਂ ਸ਼ਿਫਟ ਨਹੀਂ ਕੀਤਾ ਗਿਆ। 6:30 ਵੱਜ ਗਏ, 6:30 ਵਜੇ ਜਾ ਕੇ ਇਹਨੂੰ ਬ੍ਰੇਨ ਹੈਮਰੇਜ ਹਸਪੀਟਲ ਦੇ ਵਿੱਚ ਹੋਈ, ਗੁਰਦਾਸਪੁਰ ਸਿਵਲ ਹਸਪੀਟਲ ਦੇ ਵਿੱਚ। ਉਸ ਤੋਂ ਬਾਅਦ ਇਹਨੂੰ ਕੋਈ ਐਂਬੂਲੈਂਸ ਨਹੀਂ ਦਿੱਤੀ ਗਈ। ਅਸੀਂ ਬਹੁਤ ਰਿਕੁਐਸਟ ਕੀਤੀ, ਸਾਨੂੰ ਇਹਦਾ ਪ੍ਰਾਈਵੇਟ ਇਲਾਜ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ, ਕੋਈ ਇਜਾਜ਼ਤ ਨਹੀਂ ਮਿਲੀ। ਉਹਨਾਂ ਕਿਹਾ ਜੀ ਸਾਡਾ ਕਾਨੂੰਨ ਹੀ ਕੋਈ ਨਹੀਂ ਇਹੋ ਜਿਹਾ ਕਿ ਅਸੀਂ ਸਿਵਲ ਹਸਪੀਟਲ ਤੋਂ, ਸਰਕਾਰੀ ਹਸਪੀਟਲ ਤੋਂ ਇਸ ਪੇਸ਼ੈਂਟ ਨੂੰ ਜਾਂ ਕਿਸੇ ਵੀ ਹੋਰ ਪੇਸ਼ੈਂਟ ਨੂੰ ਅਸੀਂ ਪ੍ਰਾਈਵੇਟ ਹਸਪੀਟਲ ਭੇਜ ਸਕੀਏ। ਅਸੀਂ ਗੌਰਮੈਂਟ ਵਿੱਚ ਹੀ ਰੈਫਰ ਕਰਾਂਗੇ, ਅੰਮ੍ਰਿਤਸਰ ਹੀ ਜਾਣਾ ਪਊਗਾ। ਇਹਨੂੰ ਗੁਰੂ ਨਾਨਕ ਦੇਵ ਜੀ ਹਸਪੀਟਲ ਅੰਮ੍ਰਿਤਸਰ ਦੇ ਵਿੱਚ, ਉਹ ਵੀ ਸਰਕਾਰੀ ਹਸਪੀਟਲ, ਉੱਥੇ ਰੈਫਰ ਕਰ ਦਿੱਤਾ। ਜਦੋਂ ਅਸੀਂ ਰਿਕੁਐਸਟ ਕੀਤੀ ਸਾਨੂੰ ਐਂਬੂਲੈਂਸ ਦਿਓ, ਕੋਈ ਡਾਕਟਰ ਨਾਲ ਦਿਓ, ਕਿਉਂਕਿ ਬ੍ਰੇਨ ਹੈਮਰੇਜ ਹੁੰਦੀ ਆ ਔਰ ਇਹਦਾ ਉੱਥੇ ਪਹੁੰਚਣਾ, ਟਾਈਮ ਨਾਲ ਪਹੁੰਚਣਾ ਬੜਾ ਜ਼ਰੂਰੀ ਆ। ਉਹਨਾਂ ਨੇ ਨਾ ਸਾਨੂੰ ਕੋਈ ਐਂਬੂਲੈਂਸ ਦਿੱਤੀ ਆ, ਨਾ ਸਾਨੂੰ ਕੋਈ ਡਾਕਟਰ ਦਿੱਤਾ, ਨਾ ਸਾਨੂੰ ਆਕਸੀਜਨ ਦੀ ਕੋਈ ਚੀਜ਼ ਦਿੱਤੀ ਬਈ ਇਹਨੂੰ ਰਸਤੇ 'ਚ ਕੋਈ ਪ੍ਰੋਬਲਮ ਹੋ ਸਕਦੀ ਆ। ਔਰ ਸਾਨੂੰ ਮਜਬੂਰ ਕੀਤਾ ਗਿਆ ਕਿ ਆਪਣੀ ਪ੍ਰਾਈਵੇਟ ਕਾਰ 'ਤੇ ਲੈ ਕੇ ਜਾਓ ਜਾਂ ਐਂਬੂਲੈਂਸ ਲੈਣੀ ਆ ਲੈ ਲਓ। ਅਸੀਂ ਪ੍ਰਾਈਵੇਟ ਕਾਰ ਉੱਤੇ ਉਹਨੂੰ ਹਸਪੀਟਲ ਪਹੁੰਚਾਇਆ। ਜਦ ਉਸ ਹਸਪੀਟਲ ਪਹੁੰਚੇ ਆ, ਉਹਨਾਂ ਨੇ ਸਾਰੀ ਰਾਤ ਕੋਈ ਟ੍ਰੀਟਮੈਂਟ ਨਹੀਂ ਕੀਤਾ। ਤਰਸਦੇ ਰਹੇ ਆ ਵੀ ਜੇ ਤੁਸੀਂ ਆਪ ਟ੍ਰੀਟਮੈਂਟ ਨਹੀਂ ਕਰਨਾ ਤੇ ਇਹਨੂੰ ਪ੍ਰਾਈਵੇਟ ਹਸਪੀਟਲ ਰੈਫਰ ਕਰ ਦਿਓ, ਅਸੀਂ ਉੱਥੋਂ ਇਲਾਜ ਕਰਾ ਲੈਂਦੇ ਹਾਂ। ਤੁਸੀਂ ਜੋ ਫੀਸ ਲੈਣੀ ਆ ਸਾਨੂੰ ਦੱਸੋ, ਅਸੀਂ ਤੁਹਾਡੀ ਫੀਸ ਪ੍ਰਾਈਵੇਟਲੀ ਤੁਹਾਡੀ ਫੀਸ ਦੇ ਕੇ ਸਾਡਾ ਬੰਦਾ ਬਚਾਓ। ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਨੈਕਸਟ ਡੇ ਸਾਨੂੰ ਕਹਿੰਦੇ PGI ਲੈ ਜਾਓ। ਫਿਰ ਅਸੀਂ ਰਿਕੁਐਸਟ ਕੀਤੀ ਕਿ ਸਰ ਸਾਨੂੰ PGI ਨਾ ਭੇਜੋ, ਉੱਥੇ ਨਹੀਂ ਪੇਸ਼ੈਂਟ ਸਾਡਾ ਪਹੁੰਚ ਸਕਦਾ, ਸਾਨੂੰ ਤੁਸੀਂ ਅਸਕਾਟ ਹਸਪੀਟਲ, ਫੋਰਟਿਸ ਹਸਪੀਟਲ ਅੰਮ੍ਰਿਤਸਰ ਕਾਫੀ ਵਧੀਆ ਹਸਪੀਟਲ ਹੈ, ਪ੍ਰਾਈਵੇਟ ਹਸਪੀਟਲ, ਸਾਨੂੰ ਉੱਥੇ ਭੇਜਿਆ ਜਾਵੇ। ਪਰ ਉਹਨਾਂ ਸਾਡੀ ਨਹੀਂ ਸੁਣੀ। ਉਹਨਾਂ ਕਿਹਾ ਕਿ ਤੁਸੀਂ PGI ਹਸਪੀਟਲ ਚੰਡੀਗੜ੍ਹ ਉੱਥੇ ਲੈ ਕੇ ਜਾਓ। ਚੰਡੀਗੜ੍ਹ ਦਾ, ਅੰਮ੍ਰਿਤਸਰ ਤੋਂ ਚੰਡੀਗੜ੍ਹ ਦਾ ਰਸਤਾ ਜਿਹੜਾ ਵਾ ਉਹ ਘੱਟੋ ਘੱਟ 5 ਘੰਟੇ ਦੀ ਡਰਾਈਵ ਆ। ਸਾਨੂੰ ਮਜਬੂਰ ਕੀਤਾ ਗਿਆ ਉੱਥੇ ਖੜਨ ਵਾਸਤੇ। ਉਧਰੋਂ ਸਾਡਾ ਵਕੀਲ ਬਹੁਤ ਵਧੀਆ ਵਕੀਲ ਸੀਗਾ, ਉਹਨ ਭੱਜ ਨੱਸ ਕਰਕੇ
ਤੇ ਇਸ ਫਿਰ ਦੁਬਾਰਾ ਮੈਜਿਸਟ੍ਰੇਟ ਕੋ ਗਿਆ। ਉਧਰੋਂ ਅਸੀਂ ਲੈ ਕੇ ਤੇ ਆਲਮੋਸਟ 1 ਘੰਟੇ ਦੀ ਡਰਾਈਵ ਕਰਕੇ ਅਸੀਂ ਜਾ ਚੁੱਕੇ ਸਾਂ। ਉਹਨੇ ਮੈਜਿਸਟ੍ਰੇਟ ਦੇ ਕੋਲੋਂ ਆਰਡਰ ਲੈ ਲੈ ਕੇ ਇਹਨੂੰ ਪ੍ਰਾਈਵੇਟ ਲਿਖ ਕੇ ਦੇਤਾ ਕਿ ਟ੍ਰੀਟਮੈਂਟ ਦਾ ਸਾਰਾ ਖਰਚਾ ਪੇਸ਼ੈਂਟ ਦੇ ਪਰਿਵਾਰ ਵੱਲੋਂ ਕੀਤਾ ਜਾਊਗਾ ਤੇ ਇਹਨੂੰ ਪ੍ਰਾਈਵੇਟ ਇਲਾਜ ਕਰਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਆ। ਫਿਰ ਅਸੀਂ ਜਦੋਂ ਉਹ ਆਰਡਰ ਜਿਹੜੇ ਆ ਜੇਲ੍ਹ ਦੇ ਵਿੱਚ ਭੇਜੇ ਤੇ ਜੇਲ੍ਹ ਅਧਿਕਾਰੀਆਂ ਨੇ ਫਿਰ ਕਹਿ ਦਿੱਤਾ ਪਹਿਲਾਂ ਪੀਜੀਆਈ ਲੈ ਕੇ ਜਾਓ ਤੇ ਪੀਜੀਆਈ ਵਾਲੇ ਰੈਫਰ ਕਰਨਗੇ ਫੋਰਟਿਸ ਹਸਪੀਟਲ ਅੰਮ੍ਰਿਤਸਰ, ਫਿਰ ਉੱਥੇ ਲੈ ਕੇ ਆਓ। ਇਹ ਪਤਾ ਨਹੀਂ ਕਿ ਕਿਹੜੀ ਸੋਚੀ ਸਮਝੀ ਚਾਲ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਇਦਾਂ ਦੇ ਕੰਮ ਕੀਤੇ। ਪਰ ਅਸੀਂ ਜਦੋਂ ਜਿੱਦ ਕੀਤੀ ਕਿ ਕਿਸੇ ਤਰ੍ਹਾਂ ਵੀ ਇਹ ਪੀਜੀਆਈ ਪਹੁੰਚਣ ਵਾਲਾ ਪੇਸ਼ੈਂਟ ਨਹੀਂ ਹੈਗਾ, ਇਹਨੂੰ ਵਾਪਸ ਸਾਨੂੰ ਫੋਰਟਿਸ ਇਲਾਜ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਫਿਰ ਉਹਦੇ ਮਨ ਮੇਰ ਪਈ ਔਰ ਉਹਨੇ ਆਪਣੀ ਕਾਰਤ ਨੂੰ ਕਿਹਾ ਕਿ ਇਹਨਾਂ ਨੂੰ ਹੁਣ ਫੋਰਟਿਸ ਹਸਪੀਟਲ ਅੰਮ੍ਰਿਤਸਰ ਲੈ ਜਾਓ। ਉੱਥੇ ਲੈ ਕੇ ਗਏ ਆ। ਉੱਥੇ ਡਾਕਟਰ ਨੇ ਸਾਨੂੰ ਸਪੈਸ਼ਲਿਸਟ ਨੇ ਚੈੱਕ ਕੀਤਾ। ਉਹਨੇ ਕਿਹਾ ਕਿ ਨਾਓ ਇਟਸ ਟੂ ਲੇਟ। ਪਰ ਉਹ ਫਿਰ ਵੀ ਇੱਕ ਰਾਤ ਕੱਢ ਕੇ ਸ਼ਾਮ ਦੇ 3 ਵਜੇ ਅਸੀਂ ਪਹੁੰਚੇ ਆ ਤੇ ਉਹ ਨੈਕਸਟ ਡੇ ਮਾਰਨਿੰਗ ਅਰਾਊਂਡ 6 o'clock in the morning he died। ਜੀ ਤੇ ਵੀਰ ਜੀ ਤੁਹਾਡੀ ਇਹ ਪੂਰੀ ਕਹਾਣੀ ਸੁਣ ਕੇ ਤੇ ਇਹ ਘਟਨਾਕ੍ਰਮ ਬਾਰੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਡਾਕਟਰਾਂ ਦੀ ਲਾਪਰਵਾਹੀ ਵੀ ਸੀਗੀ, ਈਵਨ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਵੀ ਸੀਗੀ। ਪਰ ਤੁਸੀਂ ਪ੍ਰਭਜੋਤ ਜੀ ਦੀ ਮੌਤ ਬਾਰੇ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਅਤੇ ਭਵਿੱਖ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਿਵੇਂ ਰੋਕੀਆਂ ਜਾ ਸਕਦੀਆਂ ਹਨ, ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਮੇਰੀ ਜਿਹੜੀ ਇੰਪਾਰਸ਼ਲ ਓਪੀਨੀਅਨ ਆ ਜੀ ਇਹ ਤੁਸੀਂ ਅਸੀਂ ਕੋਈ ਰਾਜਨੀਤੀ ਨੂੰ ਚੇਂਜ ਕਰ ਸਕਦੇ ਹੋ ਨਹੀਂ ਸਕਣਾ, ਕਿਉਂਕਿ ਟੋਟਲ ਪ੍ਰਸ਼ਾਸਨ ਜਿਹੜਾ ਵਾ ਉਹ ਕਰਪਟ ਹੋ ਚੁੱਕਾ ਵਾ। ਜੇ ਜੇਲ੍ਹ ਅਧਿਕਾਰੀਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਤੇ ਰਾਈਟ ਵੇ ਉਹਨਾਂ ਸਾਰਾ ਕਰਨਾ ਸੀਗਾ। ਡਾਕਟਰ ਨੂੰ ਵੀ ਅੰਨ੍ਹੇਵਾਹ ਪੈਸੇ ਸੁੱਟੇ ਜਾਂਦੇ ਤਾਂ ਸ਼ਾਇਦ ਉਹ ਵੀ ਸਾਡੇ ਬੰਦੇ ਨੂੰ ਬਚਾ ਲੈਂਦੇ। ਜੇ ਅਸੀਂ ਰਿਸ਼ਵਤ ਕਿਉਂਕਿ ਕਿਸ ਮੁਲਕ ਦਾ ਰਹਿਣ ਵਾਲਾ ਸੀਗਾ ਜਿੱਥੇ ਰਿਸ਼ਵਤ ਨਹੀਂ ਚੱਲਦੀ, ਉਹ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਸੋਚੀਆਂ ਇੱਥੇ, ਪਰ ਅਸੀਂ ਉਹ ਮੂਰਖ ਮਤ ਕੀਤੀ ਕਿ ਅਸੀਂ ਪੈਸਾ ਜਿਹੜਾ ਵਾ ਉਹ ਇਹਨਾਂ ਨੂੰ ਰਿਸ਼ਵਤ ਵਜੋਂ ਨਹੀਂ ਦਿੱਤਾ, ਇਹ ਬੰਦਾ ਖਤਮ ਕਰਾ ਲਿਆ। ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਤੁਸੀਂ ਜੋ ਕੁਐਸਚਨ ਮੈਨੂੰ ਕੀਤਾ ਕਿ ਕਿੱਦਾਂ ਚੇਂਜ ਹੋ ਸਕਦਾ, ਉੱਥੇ ਇੱਕ ਪ੍ਰਭਜੋਤ ਲਈ ਜੇਲ੍ਹ ਦੇ ਵਿੱਚ ਹਜ਼ਾਰਾਂ ਪ੍ਰਭਜੋਤ ਰੋਲ ਰਹੇ ਨੇ ਔਰ ਵਾਰੀ-ਵਾਰੀ ਮਰਦੇ ਜਾ ਰਹੇ ਜੀ। ਨੈਕਸਟ ਡੇ ਹੋਰ ਮੌਤ ਹੋਈ ਆ ਉੱਥੇ ਉਸੇ ਜੇਲ੍ਹ ਦੇ ਵਿੱਚ, ਹੋਰ ਮੌਤ ਹੋਈ ਆ ਇਹਨਾਂ ਦੀਆਂ ਲਾਪਰਵਾਹੀਆਂ ਨਾਲ। ਹੁੰਦੀਆਂ ਰਹਿਣੀਆਂ ਨੇ, ਪਤਾ ਨਹੀਂ ਕਿੱਦਾਂ ਪ੍ਰਮਾਤਮਾ ਚੇਂਜ ਕਰਦੇ। ਮੈਡਮ ਆਈ ਡੋਂਟ ਥਿੰਕ ਕਿ ਤੁਸੀਂ ਇਸ ਕਾਬਲ ਹੈਗੇ ਹੋ ਜਾਂ ਮੈਂ ਇਸ ਕਾਬਲ ਹੈਗਾ ਕਿ ਇਸ ਪ੍ਰਸ਼ਾਸਨ ਨੂੰ ਚੇਂਜ ਕੀਤਾ ਜਾਵੇ। ਇਹ ਹੋ ਨਹੀਂ ਸਕਣਾ। ਕਰਪਸ਼ਨ ਜਿਹੜੀ ਆ ਜੜ੍ਹਾਂ ਤੱਕ ਫੈਲ ਚੁੱਕੀ ਆ, ਬੁਰੀ ਹਾਲਤ ਹੋਈ ਪਈ ਆ, ਸੁਣਵਾਈ ਕਿਤੇ ਨਹੀਂ ਹੈਗੀ। ਜੀ ਬਿਲਕੁਲ ਵੀਰ ਜੀ, ਪਰ ਸਾਡਾ ਤਾਂ ਹਮੇਸ਼ਾ ਇਹੀ ਉਪਰਾਲਾ ਰਹਿੰਦਾ ਕਿ ਈਵਨ ਦੋ ਕਰਪਸ਼ਨ ਜੜ੍ਹਾਂ ਤੱਕ ਫੈਲ ਚੁੱਕੀ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਹ ਆਵਾਜ਼ ਹੈ, ਈਵਨ ਦੋ ਅਸੀਂ ਪ੍ਰਭਜੋਤ ਸਿੰਘ ਜੀ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ, ਪਰ ਐਟਲੀਸਟ ਉਹਨਾਂ ਨੂੰ ਕਿਸ ਤਰ੍ਹਾਂ ਦਾ ਇਨਸਾਫ ਤਾਂ ਦਿਵਾ ਸਕਦੇ। ਇਸੇ ਲਈ ਅਸੀਂ ਪ੍ਰਭਜੋਤ ਸਿੰਘ ਜੀ ਦੇ ਉੱਪਰ ਮੇਬੀ ਨੈਕਸਟ ਵੀਕ ਤੱਕ ਅਸੀਂ ਪ੍ਰੋਗਰਾਮਸ ਕਰਾਂਗੇ, ਵੱਖ-ਵੱਖ ਸ਼ਖਸੀਅਤਾਂ ਦੇ ਓਪੀਨੀਅਨਸ ਵੀ ਲਵਾਂਗੇ। ਹੋਪਫੁਲੀ ਜਿਸ ਤਰ੍ਹਾਂ ਇਹ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਆਲਰੇਡੀ, ਕੈਦੀਆਂ ਨੇ ਸ਼ੁਰੂ ਕੀਤੀ ਹੈ ਕਿ ਉਹਨਾਂ ਨੇ ਭੁੱਖ ਹੜਤਾਲ ਕੀਤੀ ਆ। ਐਂਡ ਆਈ ਰਿਕੁਐਸਟ ਕਿ ਸਾਡੀ ਜਿਹੜੀ ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਕੁਝ ਪ੍ਰੋਟੈਸਟ ਕਰਨ ਤਾਂ ਕਿ ਜਿਹੜੇ ਜੇਲ੍ਹ ਅਧਿਕਾਰੀ ਨੇ ਜਾਂ ਫਿਰ ਹਸਪੀਟਲ ਦੇ ਮੈਂਬਰਸ ਦੇ ਜਿਹੜੇ ਇੰਨੀ ਲਾਪਰਵਾਹੀ ਦੇ ਨਾਲ ਜਿਹੜੇ ਸਾਡੇ ਵੀਰ ਦੀ ਮੌਤ ਹੋਈ ਹੈ, ਇਹਨਾਂ ਦੀ ਲਾਪਰਵਾਹੀ ਦੇ ਨਾਲ ਇਹਨਾਂ ਨੂੰ ਇਨਸਾਫ ਮਿਲ ਸਕੇ। ਪਰ ਵੀਰ ਜੀ ਐਨੀਵੇਜ਼ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕੇ ਪੂਰੀ ਘਟਨਾਕ੍ਰਮ ਦਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਐਂਡ everything hopefully goes well with their family, and ਸਾਡੇ ਵੱਲੋਂ ਅਸੀਂ ਅਰਦਾਸ ਕਰਦੇ ਕਿ ਸਾਰੀ ਉਹਨਾਂ ਦੀ ਫੈਮਿਲੀ ਸਹੀ ਰਵੇ। ਐਂਡ ਆਈ ਨੋ ਵੀ ਕੈਨਟ ਗੈਟ ਹਿਮ ਬੈਕ, ਬਟ ਅਸੀਂ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਕਿ ਉਹਨੂੰ ਰੱਬ ਜੰਨਤ ਬਖਸ਼ੇ, ਉਹਨੂੰ ਰੱਬ ਆਪਣੇ ਮਿਹਰ ਕਰੇ ਇਹਨਾਂ ਦੀ ਫੈਮਿਲੀ ਦੇ ਉੱਪਰ ਵੀ। ਤੇ ਵੀਰ ਜੀ ਹੁਣ ਸਾਡਾ ਵਕਤ ਵੀ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਵੀ ਹੋ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84, we'll be right back।